ਜਿਹੜੇ ਸਲੈਟਰ ਵਾਲੇ ਉਹਨਾਂ ਦੇ ਜ਼ਿਆਦਾ ਜਾਨਵਰ ਉਹ ਪਸੰਦ ਕਰਦੇ ਨੇ ਜਿਹੜਾ 250 ਹੈ 250 ਯਾਨੀ ਕਿ ਇਹ ਜਾਨਵਰ ਦਾ ਨਾ ਵਜ਼ਨ ਹੋਣਾ ਚਾਹੀਦਾ। ਉਹ ਫਿਰ ਉਹਦੇ ਵਾਸਤੇ ਕੋਈ ਮੁਸ਼ਕਲ ਨਹੀਂ ਪੇਸ਼ ਆਉਂਦੀ ਹੈਗੀ ਤੇ ਉਹ ਪਸੰਦ ਕਰਦੇ ਨੇ ਜਿਹੜਾ ਜਾਨਵਰ ਦਾ ਪਿੱਛਾ ਯਾਨੀ ਉਹਨਾਂ ਦੀ ਬੈਕ ਗੋਲ ਹੋਏ ਨਾ, ਉਹ ਜਾਨਵਰ ਨਾ ਸਲੈਟਰ ਵਾਲੇ ਉਹਨੂੰ ਪਸੰਦ ਕਰਦੇ ਹੈਗੇ। ਗੱਲ ਹੈ ਕਿ ਜਿਹੜਾ ਜਾਨਵਰ ਦੇ ਜਿਹਨੂੰ ਆਪਾਂ ਲੰਬਾਈ ਕਹਿੰਦੇ ਆ ਜਾਂ ਜਿਹਨੂੰ ਵੇਲ ਪੰਜਾਬੀ ਦੇ ਵੀ ਕਹਿੰਦੇ ਵੀ ਉਹਦੀ ਵੇਲ ਵਾਵਾ ਹੈ, ਵੇਲ ਵਾਲਾ ਜਿਹੜਾ ਜਾਨਵਰ ਹੈ ਨਾ, ਹਾਈਟ ਵਾਲਾ ਜਾਨਵਰ, ਉਹ ਜਾਨਵਰ ਖਰੀਦਣਾ ਚਾਹੀਦਾ ਕਿਉਂਕਿ ਜਿੰਦੀ ਵੇਲ ਹੈ ਨਾ ਉਹ ਕਾਫੀ ਦੂਸਰੇ ਜਾਨਵਰਾਂ ਨਾਲ ਕਾਫੀ ਉਹਦਾ ਵੇਟ ਹੁੰਦਾ ਔਰ ਉਹ ਗਰੋਥ ਵੀ ਸਹੀ ਕਰਦਾ, ਫਿਰ ਵਜ਼ਨ ਵੀ ਉਹ ਸਹੀ ਕਰਦਾ ਹੈਗਾ। ਇਨਸਾਨ ਆਪਣੇ ਜਾਨਵਰ ਨਾਲ ਪਿਆਰ ਕਰਦਾ ਹੈ ਨਾ, ਪਿਆਰ ਕਰਦਾ ਹੈ ਯਾਨੀ ਕਿ ਉਹਨੇ ਦੇਖਭਾਲ ਕਰਦਾ, ਉਹਦੇ ਨਾਲ ਪਿਆਰ ਕਰਦਾ ਹੈ, ਉਹ ਜਾਨਵਰ ਇਸ ਨੂੰ ਬੜਾ ਫੀਲ ਕਰਦਾ, ਬੜਾ ਹੀ ਮਹਿਸੂਸ ਕਰਦਾ ਔਰ ਉਹਦੀ ਗਰੋਥ ਵੀ ਦੂਜੇ ਜਾਨਵਰਾਂ ਨਾਲ ਜ਼ਿਆਦਾ ਹੁੰਦੀ। ਅਗਰ ਤੁਸੀਂ ਜਾਨਵਰ ਨੂੰ ਤੁਸੀਂ ਖੁਰਾਕ ਦਿੰਦੇ ਹੋ ਲੇਕਿਨ ਤੁਸੀਂ ਉਹਨਾਂ ਨੂੰ ਪਿਆਰ ਉਹਦੇ ਨਾਲ ਨਹੀਂ ਕਰਦੇ ਜੋ, ਜੇ ਮਿਸਾਲ ਤੁਸੀਂ ਉਹਨਾਂ ਨੂੰ ਮਾਰਦੇ ਜੇ ਡਾਂਟਦੇ ਜੇ, ਉਹ ਇਹਦੇ ਵਿੱਚ ਬੜਾ ਅਮਲ ਦਖਲ ਹੁੰਦਾ ਜੇ। ਜਾਨਵਰ ਨਾਲ ਜਿੰਨਾ ਪਿਆਰ ਕਰੋਗੇ ਉਹਨਾਂ ਜਾਨਵਰ ਵਧੇ ਫੁੱਲੇਗਾ। ਇਹ ਇਨਸਾਨੀ ਵੀ ਖੂਬੀ ਵੀ ਇਹਦੇ ਜਾਨਵਰਾਂ 'ਚ ਵੀ ਖੂਬੀ, ਹਰ ਜਾਨਵਰ ਦੇ ਹਰ ਜਾਨਦਾਰ ਨੇ ਇਹਦੇ ਵਿੱਚ ਖੂਬੀ। ਅਗਰ 3 ਮਾਹ ਕੱਢਦਾ ਨਾ ਤੇ ਤਕਰੀਬਨ ਉਹ 14,000 ਜਾਂ 13,000 ਜਾਂ 12,000 ਦੇ ਲਗਭਗ ਜਿਹੜਾ ਨਾ ਉਹਨੂੰ ਇੱਕ ਜਾਨਵਰ ਅਗਰ ਉਹਨੂੰ ਸਹੀ ਗਰੋਥ ਕਰਦਾ, ਸਹੀ ਹੁੰਦੀ ਉਹ ਕਰਦਾ ਤੇ ਇਹਨਾਂ 13-14,000 ਰੁਪਈਆ ਫੀ ਜਾਨਵਰ ਜਿਹੜਾ ਉਹਨਾਂ ਨੂੰ ਮਿਲ ਜਾਂਦਾ। अस्सलाम वालेकुम। वालेकुम सलाम। प्यारे अंकल जी की हाल है? ठीक ठाक, तुसीं अपना सुनाओ जी अल्लाह पाक दा बहुत शुक्र। जनाब दा की नाम है? अबैदुल्ला जी। अबैदुल्ला साहब, इलाका केड़ा जे? साडा इलाका जिला कसूर, शहर इलाहाबाद विच रहण वाले। ते सर तुसी किन्ने अरसे तो वछियां दा कारोबार करदे हो पे? भाईजान असीं ਇਹ ਤੋਂ ਪਹਿਲੇ ਇੱਕ ਫਲਾਗ ਸਲੈਟਰ ਵਾਸਤੇ ਨਿਕਾਲਿਆ ਸੀ। ਇਹ ਸਾਡਾ ਦੂਸਰਾ ਫਲਾਗ ਹੈ ਜੀ। ਉਹ ਪਹਿਲਾ ਫਲਾਗ ਹੈਗਾ ਸੀ ਸਲੈਟਰ ਵਾਸਤੇ, ਲੇਕਿਨ ਇਹ ਅਸੀਂ ਫਲਾਗ ਕੁਰਬਾਨੀ ਵਾਸਤੇ ਜੀ। ਤੇ ਉਹ ਦੋਸਤਾਂ ਨੂੰ ਦੱਸੋ ਹਾਂ ਕਿ ਜਿਹੜਾ ਤੁਹਾਡਾ ਤਜਰਬਾ ਹੈ ਉਹ ਕਿੰਜ ਦਾ ਰਿਹਾ ਹੈ, ਇਹ ਕੰਮ 'ਚ ਤੁਹਾਨੂੰ ਕੀ ਕੋਈ ਨਫਾ ਜਾਂ ਕੀ ਕੋਈ ਨੁਕਸਾਨ ਹੋਇਆ ਹੈ, ਜਾਂ ਕਿਹੜੀਆਂ ਕੋਈ ਐਸੀਆਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਤੇ ਕਾਬੂ ਪਾ ਲਿਆ ਜਾਏ ਤੇ ਬੰਦੇ ਨੂੰ ਫਾਇਦਾ ਹੀ ਫਾਇਦਾ ਹੁੰਦਾ ਹੈ? ਭਾਜਨ ਅਸੀਂ ਜਿਹੜਾ ਪਹਿਲਾ ਫਲਾਗ ਕੱਢਿਆ ਸੀ ਨਾ, ਸਾਨੂੰ ਇਹਨਾਂ ਤਜਰਬਾ ਨਹੀਂ ਹੈਗਾ ਸੀ, ਸਾਡਾ ਪਰਚੇਜ਼ਿੰਗ ਦੇ ਵਿੱਚ ਸਾਡਾ ਤਜਰਬਾ ਬਿਲਕੁਲ ਨਹੀਂ ਹੈਗਾ ਸੀ। ਤੇ ਉਹ ਅਸੀਂ ਕੁਝ ਜਿਹੜੇ ਉਹਨਾਂ ਦਾ ਵਜ਼ਨ ਸੀ ਕਮ ਹੋਣ ਦੀ ਵਜ੍ਹਾ ਤੋਂ ਉਹ ਸਾਨੂੰ ਉਹਦਾ ਨੁਕਸਾਨ ਹੋਇਆ। ਯਾਨੀ ਕਿ ਅਸੀਂ ਇਹ ਹੁਣ ਇਹ ਹੈਗਾ ਕਿ ਜਿਹੜਾ ਵੀ ਕੋਈ ਸਲੈਟਰ ਵਾਸਤੇ ਇੱਕ ਮਿਸਾਲ ਤੌਰ 'ਤੇ ਜਾਨਵਰ ਲਿਆਂਦਾ ਹੈ ਉਹ ਕਮ ਸੇ ਕਮ 200 kg ਤੋਂ ਉੱਪਰ ਹੋਣਾ ਚਾਹੀਦਾ, ਕਿਉਂਕਿ ਉਹ 2-3 ਮਹੀਨੇ ਜਿਹੜਾ ਸਾਡਾ ਪੀਰੀਅਡ ਹੁੰਦਾ ਹੈ ਕਿ ਉਹ ਪੀਰੀਅਡ ਆਪਦਾ ਸਹੀ ਉਹਦੇ ਵਿੱਚ ਉਹਦੇ ਗਰੋਥ ਸਹੀ ਹੁੰਦੀ, ਉਹ ਸਲੈਟਰ ਵਾਸਤੇ ਜਿਹੜਾ ਸਲੈਟਰ ਮੰਗਦਾ ਹੈ ਨਾ ਜਾਨਵਰ ਉਹ ਤਿਆਰ ਹੋ ਜਾਂਦਾ ਹੈ। ਤੇ ਲੇਕਿਨ ਅਸੀਂ ਉਹ ਪਹਿਲੇ ਪਰਚੇਜ਼ਿੰਗ ਅਸੀਂ ਕੋਈ 150 ਸੀ, ਕੋਈ 170, ਕੋਈ 120, ਉਹ ਇਸ ਵਜ੍ਹਾ ਤੋਂ ਨਾ ਉਹ ਸਾਨੂੰ ਨੁਕਸਾਨ ਹੋਇਆ। ਤੇ ਇਹ ਅਲਹਮਦੁਲਿਲਾ ਅਸੀਂ ਹੁਣ ਖਰੀਦੇ ਨੇ ਇਹ ਕੁਰਬਾਨੀ ਵਾਸਤੇ। ਤੇ ਇਹ ਹੁੰਦਾ ਅਸੀਂ ਤਜਰਬਾ ਕੋਲ ਅੱਲਾ ਬਿਹਤਰ ਕਰੇਗਾ ਜੀ, ਕਿਉਂਕਿ ਕੁਰਬਾਨੀ ਵਾਸਤੇ ਹਰ ਜਾਨਵਰ को 10-15 ਹਜ਼ਾਰ ਰੁਪਇਆ ਨਾ ਜਿਹੜਾ ਉਹ ਵਾਫਰ ਆਪਣੀ ਖੂਬਸੂਰਤੀ ਤੇ ਛੱਡ ਜਾਂਦਾ। ਇਸ ਵਜ੍ਹਾ ਤੋਂ ਅਸੀਂ ਇਹ ਨਾ ਇਸ ਵਕਤ ਨਾ ਕੁਰਬਾਨੀ ਦੇ ਵਾਸਤੇ ਨਾ ਜਿਹੜਾ ਫਲਾਗ ਕਰਾ ਮਾਸ਼ਾਅੱਲਾ। ਯਾਨੀ ਕਿ ਜਿਹੜਾ ਕੁਰਬਾਨੀ ਵਾਲਾ ਜਾਨਵਰ ਹੈ ਉਹਦੀ ਖੂਬਸੂਰਤੀ ਦਾ ਵੀ 10-15 ਹਜ਼ਾਰ ਮਿਲ ਜਾਂਦਾ ਹੈ? ਹਾਂਜੀ ਹਾਂਜੀ, ਇਹ ਤਾਂ ਲਾਜ਼ਮੀ ਨਾ, ਕੋਈ 20-20 ਹਜ਼ਾਰ ਰੁਪਇਆ ਵੀ ਛੱਡ ਦਿੰਦਾ, ਕੋਈ ਖੂਬਸੂਰਤ ਜਾਨਵਰ ਹੁੰਦਾ ਨਾ ਜਿਹੜਾ ਉਹ 20-20 ਹਜ਼ਾਰ ਰੁਪਇਆ ਵੀ ਛੱਡ ਜਾਂਦਾ ਹੈਗਾ। ਤੇ ਸਰ ਤੁਸੀਂ ਜ਼ਿਕਰ ਕੀਤਾ ਹੈ ਸਲਾਟਰ ਹਾਊਸ ਵਾਸਤੇ ਜਿਹੜਾ ਜਾਨਵਰ ਤਿਆਰ ਕਰਨਾ ਹੈ ਉਹਦਾ ਵਜ਼ਨ 200 kg ਹੋਏ। 200 kg ਜ਼ਿੰਦਾ ਕਹਿ ਰਹੇ ਹੋ ਜਾਂ ਗੋਸ਼ਤ ਦਾ ਕਹਿ ਰਹੇ ਹੋ? ਜ਼ਿੰਦਾ 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 ਹਾਂਜੀ, ਜ਼ਿੰਦਾ ਕਹਿ ਰਹੇ। ਤੇ ਜਿਹੜੇ ਸਲਾਟਰ ਹਾਊਸ ਵਾਲੇ ਨੇ ਉਹਨਾਂ ਦੀ ਡਿਮਾਂਡ ਕੀ ਹੁੰਦੀ ਹੈ? ਉਹ ਕਿਸ ਤਰ੍ਹਾਂ ਦਾ ਵੱਛਾ ਲੈਂਦੇ ਨੇ, ਉਹਦਾ ਕਿੰਨਾ ਵਜ਼ਨ ਹੋਏ, ਉਹਦੇ ਵਿੱਚ ਕਿਹੜੀਆਂ ਖੂਬੀਆਂ ਹੋਣ ਤੇ ਉਹ ਵੱਛਾ ਲੈਂਦੇ ਨੇ? ਜਿਹੜੇ ਸਲੈਟਰ ਵਾਲੇ ਉਹਨਾਂ ਦੇ ਜ਼ਿਆਦਾ ਜਾਨਵਰ ਉਹ ਪਸੰਦ ਕਰਦੇ ਨੇ ਜਿਹੜਾ 250 ਹੈ 250, ਯਾਨੀ ਕਿ ਇਹ ਜਾਨਵਰ ਉਹਦਾ ਨਾ ਵਜ਼ਨ ਹੋਣਾ ਚਾਹੀਦਾ, ਉਹ ਫਿਰ ਉਹਦੇ ਵਾਸਤੇ ਕੋਈ ਮੁਸ਼ਕਲ ਨਹੀਂ ਪੇਸ਼ ਆਉਂਦੀ ਹੈਗੀ ਤੇ ਉਹ ਪਸੰਦ ਕਰਦੇ ਨੇ ਜਿਹੜਾ ਜਾਨਵਰ ਦਾ ਪਿੱਛਾ ਯਾਨੀ ਉਹਨਾਂ ਦੀ ਬੈਕ ਗੋਲ ਹੋਏ ਨਾ, ਉਹ ਜਾਨਵਰ ਨਾ ਸਲੈਟਰ ਵਾਲੇ ਉਹਨੂੰ ਪਸੰਦ ਕਰਦੇ ਹੈਗੇ। ਅੱਛਾ, ਯਾਨੀ ਕਿ ਕਮ ਸੇ ਕਮ 200 ਤੇ 50 kg। ਤੇ ਉਹ ਕਿਹੜੀ ਨਸਲ ਨੂੰ ਜ਼ਿਆਦਾ ਜਿਹੜਾ ਨਾ ਤਰਜੀਹ ਦਿੰਦੇ ਨੇ? ਸਲਾਟਰ ਹਾਊਸ ਵਾਲਿਆਂ ਦੀ ਵੀ ਤਾਂ ਕੋਈ ਡਿਮਾਂਡ ਹੁੰਦੀ ਹੈ ਨਾ ਕਿ ਇਹ ਲਈ ਨਸਲ ਹੀ ਲੈਣੀ ਹੈ, ਇਹ ਲਈ ਨਹੀਂ ਲੈਣੀ। ਉਹ ਜ਼ਿਆਦਾਤਰ ਜਿਹੜੇ ਵਲੈਤੀ ਨੇ ਜੀ ਉਹਨਾਂ ਨਾਲ ਡਿਮਾਂਡ ਨਹੀਂ ਹੁੰਦੀ ਹੈ। ਜਿਹੜੇ ਸਾਹੀਵਾਲ ਨਸਲ ਜਾਂ ਚੋਲਸਤਾਨੀ ਹੈ ਜਾਂ ਹੋਰ ਮਿਸਾਲ ਔਰ ਜਿਹੜੇ ਨਸਲਾਂ ਹੀ ਹਨ ਦੇਸੀ, ਉਹ ਜ਼ਿਆਦਾ ਉਹ ਪਸੰਦ ਕਰਦੇ ਨੇ। ਜਿਹੜੇ ਵਲੈਤੀ ਨੇ ਨਾ ਇਹ ਯਾਨੀ ਕਿ ਜਿਹਨੇ ਬੈਗ ਹੈ ਨਾ, ਕਿਉਂਕਿ ਵਲੈਤੀ ਜਿਹੜੇ ਜਾਨਵਰ ਉਹਨਾਂ ਦੀ ਬੈਗ ਜ਼ਿਆਦਾਤਰ ਨਹੀਂ ਬਣਦੀ ਹੈਗੀ, ਤਾਂ ਉਹ ਬੈਗ ਜਿਹਨਾਂ ਦੀ ਬਿਲਕੁਲ ਸਹੀ ਹੋਵੇ ਨਾ ਉਹ ਯਾਨੀ ਕਿ ਕਿੰਨਾ ਪਸੰਦ ਕਰਦੇ ਹੈਗੇ ਨੇ। ਅੱਛਾ ਸਰ, ਤੁਸੀਂ ਜਿਹੜਾ ਵੱਛਾ ਹੈ ਉਹ ਤੇ ਦੱਸਿਆ ਕਿ ਉਹਦਾ ਕਮ ਸੇ ਕਮ ਕਿੰਨਾ ਵਜ਼ਨ ਹੋਣਾ ਚਾਹੀਦਾ ਹੈ, ਤੇ ਨਵੇਂ ਦੋਸਤਾਂ ਨੂੰ ਉਹਨਾਂ ਦੀ ਖਰੀਦਦਾਰੀ ਦੇ ਮੁਤਲਕ ਵੀ ਕੋਈ ਚੰਦ ਐਸੀਆਂ ਗੱਲਾਂ ਦੱਸੋ ਕਿ ਉਹਨਾਂ ਨੂੰ ਜਾਨਵਰ ਅੱਛਾ ਮਿਲੇ, ਉਹਨਾਂ ਨੂੰ ਨੁਕਸਾਨ ਨਾ ਹੋਏ, ਅੱਛੇ ਜਾਨਵਰ ਦੀਆਂ ਕੋਈ ਨਿਸ਼ਾਨੀਆਂ? देखो ना, जिस वक्त जानवर खरीदे वक्त जिस वक्त सारे नाल पहले उन्होंने वेट का अंदाज़ा लाना है। अगर ये 200 kg है तो अगर 40,000 का मिलता है तो उन्होंने 200 किलो
ਮਿਲਦਾ ਉਹਨਾਂ ਨੂੰ, ਠੀਕ ਹੈ। ਤੇ ਉਹ ਕੋਸ਼ਿਸ਼ ਉਹਨਾਂ ਦੀ ਇਹ ਹੋਈ ਚਾਹੀਦੀ ਵੀ 40,000 ਤੋਂ ਥੱਲੇ, ਯਾਨੀ 35,000 34,000 ਜਾਂ 36,000 ਕਿੱਥੇ ਵੀ ਉਹਨਾਂ ਦਾ, ਕਿਉਂਕਿ ਇਸ ਵਜ੍ਹਾ ਤੇ ਫਿਰ ਉਹਨਾਂ ਨੂੰ ਸਹੀ ਉਹਨਾਂ ਦਾ ਰੇਟ ਨੂੰ ਆਪਣਾ ਉਹਨਾਂ ਨੂੰ ਫਾਇਦਾ ਹੋਏਗਾ। ਅਗਰ ਉਹ 40, ਇੱਕ ਮਿਸਾਲ ਤੌਰ ਤੇ ਅਗਰ ਉਹ 200 kg ਜੋ 45,000 ਦਾ ਜਾਂ 46,000 ਦਾ ਇੱਥੇ ਲੈ ਆਉਂਦਾ ਤੇ ਉਹਨਾਂ ਨੂੰ ਤਾਂ ਉਸ ਚੀਜ਼ ਦਾ ਨੁਕਸਾਨ ਹੋਵੇਗਾ ਜੀ। ਹੁਣ ਕਮ ਸੇ ਕਮ ਇਹ ਖਰੀਦਦੇ ਵਕਤ ਇਹ ਉਹਨਾਂ ਦੇ ਅਗਰ 200 kg ਹੈ ਨਾ, ਉਹਨਾਂ ਨੂੰ 35 ਜਾਂ 34 ਇੱਥੇ ਯਾਨੀ ਕਿ ਉਹਨਾਂ ਨੂੰ ਅਗਰ ਉਹ ਖਰੀਦਣ ਤੇ ਇਨਸ਼ਾਅੱਲਾ ਮਿਹਨਤ ਦੀ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਆਪਣਾ ਜ਼ਹਿਨ ਹੈ ਨਾ, ਅੱਲਾਹ ਤਾਲਾ ਨੂੰ ਉਹਨਾਂ ਨੂੰ ਨਾ ਦੇ ਦੇ ਇਨਸ਼ਾਅੱਲਾ ਰੋਜ਼ੀ ਲਾਜ਼ਮੀ ਦੇਗਾ। ਠੀਕ ਹੈ, ਯਾਨੀ ਕਿ ਜਿਹੜੀ ਖਰੀਦਦਾਰੀ ਹੈ ਉੱਥੇ ਵੀ ਕੋਈ 2-4 ਹਜ਼ਾਰ ਬਚਤ ਕਰ ਲੇ, ਖਰੀਦਦਾਰੀ ਅੱਛੀ ਕਰੇ ਤੇ ਉਹਨੂੰ ਫਾਇਦਾ ਜ਼ਿਆਦਾ ਹੋਏਦਾ। ਅਸਲ ਤਾਂ ਭਾਈਜਾਨ ਜ਼ਿਆਦਾਤਰ ਨਾ ਇਸ ਲਾਟਰ ਦੇ ਵਿੱਚ ਇਹ ਹੀ ਹੈ ਕਿ ਜਿਹੜਾ ਪਰਚੇਜ਼ਿੰਗ ਸਹੀ ਕਰ ਲੈਦਾ ਨਾ ਉਹਨੂੰ ਫਾਇਦਾ ਹੈ। ਵੇਖੋ ਨਾ, ਅਗਰ ਤੁਸੀਂ ਜਿਹੜਾ ਤੁਹਾਨੂੰ ਮੁਨਾਫਾ ਟੱਕਰਨਾ, ਅਗਰ ਤੁਸੀਂ ਪਰਚੇਜ਼ਿੰਗ ਦੇ ਵਿੱਚ ਹੀ ਉਹ ਗਲਤੀ ਕਰ ਬਹੁ ਤੇ ਉਹ ਫਿਰ ਨਾ ਤੁਹਾਨੂੰ ਬੜੀ ਮੁਸ਼ਕਲ ਆਉਂਦੀ ਹੈ। ਸਾਨੂੰ ਜ਼ਿਆਦਾ ਮੁਸ਼ਕਲ ਇਹਦੇ ਪਰਚੇਜ਼ਿੰਗ ਦੇ ਵਿੱਚ ਆਉਂਦੀ ਹੈ। ਤੇ ਅੱਜ ਕੱਲ ਮੰਡੀ ਵਿੱਚ ਵਜ਼ਨ ਕਰਕੇ ਵੀ ਜਾਨਵਰ ਮਿਲ ਜਾਂਦੇ ਨੇ, ਉਹਦੇ 'ਚ ਕੋਈ ਧੋਖਾ ਫਰਾਡ ਤੇ ਨਹੀਂ ਹੈ? ਵਜ਼ਨ ਕਰਕੇ ਲੈ ਜਾਂ ਕਿ ਖੁਦ ਹੀ ਅੰਦਾਜ਼ਾ ਲਾਏ? ਦੇਖੋ ਜੀ, ਮਸਲਾ ਤਾਂ ਇਸ ਚੀਜ਼ ਦਾ ਹੈ ਕਿ ਜਿਹੜਾ ਕੰਡਾ ਹੁੰਦਾ ਹੈ ਨਾ ਜੀ, ਅਸਲ ਤਾਂ ਮੇਨ ਮਸਲਾ ਇਹ ਹੁੰਦਾ ਹੈ ਕਿ ਕੰਮ ਤੋਲਣਾ। ਅਗਰ ਤੁਹਾਡਾ ਕੰਡਾ ਸਹੀ ਹੈ ਤੇ ਉਹਦੇ ਵਿੱਚ ਕਈ ਵੇਖੇ ਨੇ ਇਹਦੇ ਵਿੱਚ ਬੜਾ ਏਰੀਆ ਫੇਰੀ ਹੁੰਦੀ ਹੈ। ਬਿਹਤਰ ਹੈ ਕਿ ਤੁਸੀਂ ਨਾ ਆਪਣਾ ਜਿਹੜਾ ਉਂਝ ਹੀ ਲਓ, ਕਿਉਂਕਿ ਕੰਡੇ ਦੇ ਵਿੱਚ ਨਾ ਤੁਹਾਡੇ ਜ਼ਿਆਦਾ ਜ਼ਹਿਨ ਮੁਤਮਿਨ ਨਹੀਂ ਹੋਣਾ। ਮੈਂ ਤਾਂ ਇਹ ਖੈਰ ਕਿ ਮੇਰੇ ਤਾਂ ਇਹ ਤਜਰਬਾ ਹੈ ਕਿ ਕੰਡਾ ਹੈ ਨਾ ਜਿਹੜਾ, ਉਹਦੇ ਦਾ ਬੰਦੇ ਦਾ ਜ਼ਹਿਨ ਮੁਤਮਿਨ ਨਹੀਂ ਹੁੰਦਾ। ਅਗਰ ਤੁਸੀਂ ਪਹਿਲੇ ਕਰ ਵੇਖਦੇ ਹੋ ਜਾਨਵਰ ਨੂੰ, ਉਹਦੇ ਜਿਸ ਸਾਮਤ ਵੇਖਦੇ ਹੋ ਇਹਦਾ ਵਜ਼ਨ ਇੰਨਾ ਹੋਗਾ, ਇੰਨਾ ਹੋਏਗਾ, ਤਾਂ ਉਹ ਫਿਰ ਨਾ ਤੁਸੀਂ तो कंडे भी तो कई नीवी जगह ਜਾਂ ਉੱਚੀ ਜਗ੍ਹਾ ਤੇ ਹੋ ਜਾਂਦਾ ਤੇ ਉਹ ਕੰਡਾ ਸਹੀ ਨਾ ਨਾਪ ਨਹੀਂ ਕਰਦਾ ਹੈਗਾ। ਜੀ ਜੀ। ਹੁਣ ਸਾਰਾ ਸਾਹਮਣੇ ਇੱਕ ਬੱਚਾ ਹੈ, ਮੇਰੇ ਦੋਸਤਾਂ ਨੂੰ ਉਹਦੀਆਂ ਕੋਈ ਚੰਦ ਇੱਕ ਖੂਬੀਆਂ ਨਿਸ਼ਾਨੀਆਂ ਦੱਸੋ ਹਾਂ ਕਿ ਚੰਗਾ ਜਿਹੜਾ ਬੱਚਾ ਹੈ ਉਹਦਾ ਵਜੂਦ ਇਸ ਕਿਸਮ ਦਾ ਹੋਏਦਾ, ਉਹਦੇ ਵਿੱਚ ਇਹ ਚੀਜ਼ ਦੂਸਰੇ ਜਾਨਵਰਾਂ ਦੀ ਨਿਸਬਤ ਵੱਧ ਹੈ ਉਹਦਾ। ਵੇਖੋ ਨਾ, ਸਾਰਿਆਂ ਨਾਲ ਪਹਿਲੇ ਤੁਸੀਂ ਇਹ ਵੇਖਣਾ ਜਾਨਵਰ ਦਾ ਜਿਹੜਾ ਰੁੱਖਾਪਨ ਯਾਨੀ ਹੁੰਦਾ ਜਿਸਮ, ਜਿਹੜਾ ਰੁੱਖਾਪਨ ਤਾਂ ਨਹੀਂ ਹੈ ਮਸਲਾ ਚੀਜ਼ ਕਮ ਸੇ ਕਮ ਉਹਦੇ ਥੋੜੀ ਜਿਹੀ ਜਿਵੇਂ ਤਰੀ ਹੋਣੀ ਚਾਹੀਦੀ, ਜੇ ਤਾਲ ਤੇ ਉਹ ਗਰੋਥ ਕਰਦਾ ਹੈ। ਅਸਲੋਂ ਬਿਲਕੁਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਜਾਨਵਰ। ਵੇਖੋ ਨਾ, ਉਹ ਬੰਦੇ ਦਾ ਜ਼ਹਿਨ ਬਣ ਜਾਂਦਾ ਜਿਸ ਵਕਤ ਹਰ ਇਨਸਾਨ ਇਹ ਤਾਂ ਨਹੀਂ ਹੈਗਾ ਕਿ ਉਹ ਫਿਰ ਨਾ, ਹੁਣ ਦੇਖੋ ਆ ਜਾਨਵਰ ਜਾ ਰਿਹਾ, ਇਹ ਹੁਣ ਜਾਨਵਰ ਹਰ ਇੱਕ ਨੂੰ ਪਤਾ ਹੈ ਕਿ ਜਾਨਵਰ ਪੂਣਾ ਲਾਣਾ, ਤੇ ਜਿਸ ਵਕਤ ਜਾਨਵਰ ਸਹੀ ਤਰੀਕੇ ਦਾ ਲੈ ਜਾਏ ਜਾਂ ਨਾਲ ਹੋਰ ਆਪਣੇ ਮਾਰਾ ਨਾ ਇਹ ਖਰਾਬ ਕਰੇਗਾ, ਤੇ ਉਹ ਬੰਦੇ ਨੂੰ ਖਰੀਦਣਾ ਚਾਹੀਦਾ। ਕਿਸੇ ਬੰਦੇ ਨੂੰ ਜ਼ਹਿਨ ਹੋਣਾ ਚਾਹੀਦਾ ਕਿ ਇਹ ਨਾ ਗਰੋਥ ਕਰੇਗਾ। ਅੱਛਾ ਸਰ, ਮੇਰੇ ਦੋਸਤਾਂ ਨੂੰ ਜ਼ਰਾ ਥੋੜਾ ਤਸੱਲੀ ਨਾਲ ਦੱਸੋ ਹਾਂ, ਜਿਹੜਾ ਵਧਣ ਫੁੱਲਣ ਵਾਲਾ ਜਾਨਵਰ ਹੈ ਉਹਨਾਂ ਨੂੰ ਕਿੰਜ ਅੰਦਾਜ਼ਾ ਹੋਏਦਾ, ਉਹਨੂੰ ਵੇਖ ਕੇ ਉਹਦੀਆਂ ਕੋਈ ਚੰਦ ਇੱਕ ਨਿਸ਼ਾਨੀਆਂ ਦੱਸੋ। ਗੱਲ ਹੈ ਕਿ ਜਿਹੜਾ ਜਾਨਵਰ ਦੇ ਜਿਹਨੂੰ ਆਪਾਂ ਲੰਬਾਈ ਕਹਿੰਦੇ ਆ ਜਾਂ ਜਿਹਨੂੰ ਵੇਲ ਪੰਜਾਬੀ ਦੇ ਵੀ ਕਹਿੰਦੇ ਵੀ ਉਹਦੀ ਵੇਲ ਵਾਵਾ ਹੈ, ਵੇਲ ਵਾਲਾ ਜਿਹੜਾ ਜਾਨਵਰ ਹੈ ਨਾ, ਹਾਈਟ ਵਾਲਾ ਜਾਨਵਰ, ਉਹ ਜਾਨਵਰ ਖਰੀਦਣਾ ਚਾਹੀਦਾ, ਕਿਉਂਕਿ ਜਿੰਦੀ ਵੇਲ ਹੈ ਨਾ ਉਹ ਕਾਫੀ ਦੂਸਰੇ ਜਾਨਵਰਾਂ ਨਾਲ ਕਾਫੀ ਉਹਦਾ ਵੇਟ ਹੁੰਦਾ ਔਰ ਉਹ ਗਰੋਥ ਵੀ ਸਹੀ ਕਰਦਾ, ਫਿਰ ਵਜ਼ਨ ਵੀ ਉਹ ਸਹੀ ਕਰਦਾ ਹੈਗਾ। ਠੀਕ ਹੈ ਸਰ, ਜਿਹੜੇ 3 ਮਹੀਨੇ ਵਾਸਤੇ ਬੱਚਾ ਰੱਖਣਾ, ਮੇਨ ਮਕਸਦ ਤੇ ਇਹੀ ਹੁੰਦਾ ਕਿ ਉਹਦਾ ਗੋਸ਼ਤ ਵਧੇ। ਹਾਂਜੀ। ਤੁਸੀਂ ਇੱਕ ਫਲਾਕ ਸੇਲ ਵੀ ਕੀਤਾ, ਉਹਦੇ 'ਚ ਤੁਹਾਡੀ ਖਰੀਦਦਾਰੀ ਮੁਨਾਸਬ ਨਹੀਂ ਹੋਈ। ਇਹ ਦੱਸੋ ਕਿ ਖਰੀਦਦਾਰੀ ਦੀਆਂ ਤੁਸੀਂ ਬੜੀਆਂ ਅੱਛੀਆਂ ਟਿਪਸ ਦਿੱਤੀਆਂ ਨੇ, ਹੁਣ ਜਿਹੜੀ ਇਹਨਾਂ ਦੀ ਚੰਗੀ ਤਿਆਰੀ ਹੈ ਸ਼ੁਰੂ ਦਿਨ ਤੋਂ ਲੈ ਕੇ ਜਦੋਂ ਤੁਸੀਂ ਜਾਨਵਰ ਮੰਡੀ 'ਚੋਂ ਲੈ ਕੇ ਆਉਂਦੇ ਹੋ ਤੇ 3 ਮਹੀਨੇ ਤੱਕ ਉਹਨੂੰ ਕਿਹੜੀ ਖੁਰਾਕ ਪਾਉਂਦੇ ਹੋ, ਕਿਹੜੀ ਖੁਰਾਕ ਤੇ ਉਹ ਵਜ਼ਨ ਜ਼ਿਆਦਾ ਕਰਦਾ ਹੈ? ਵੇਖੋ ਨਾ, ਜਿਸ ਵਕਤ ਤੁਸੀਂ ਜਾਨਵਰ ਖਰੀਦ ਤੇ ਲੈ ਆਓ ਨਾ, ਜਿਸ ਫਾਰਮ ਦੇ ਵਿੱਚ ਲੈ ਆਉਂਦੇ, ਉਹ ਤੁਹਾਨੂੰ ਪਤਾ ਹੈ ਕਿ ਉਹ ਥਕਾਵਟ ਹੁੰਦੀ ਉਹਨਾਂ ਨੂੰ, ਕਮ ਸੇ ਕਮ 2 ਦਿਨ ਉਹਨਾਂ ਨੂੰ ਨਾ ਤੁਸੀਂ ਆਰਾਮ ਕਰਨ ਤੋਂ ਇਲਾਵਾ ਉਹਨਾਂ ਦੇ ਤੁਸੀਂ ਜਿੰਨਾ ਪੇ ਡਿਲੀਵਰੀ ਕਰਾਉਣੀ, ਠੀਕ ਹੈ, ਉਹਨਾਂ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਖੁਰਾਕ ਦੇਵੋ। ਯਾਨੀ ਕਿ ਖੁਰਾਕ ਦਾ ਜਿਹੜਾ ਨਾ ਅਸਲ ਜਿਹੜਾ ਟਾਈਮਿੰਗ ਹੈ ਨਾ, ਉਹ ਤੁਸੀਂ ਫਿਕਸ ਕਰ ਲਓ। ਇਹ ਨਹੀਂ ਕਿ ਤੁਸੀਂ ਅੱਜ ਇੱਕ ਮਿਸਾਲ ਤੌਰ 'ਤੇ 7 ਜਾਂ 8 ਵਜੇ ਤੁਸੀਂ ਸੁਬਾਹ ਖਾਣਾ ਦਿੱਤਾ ਹੈ, ਸੁਬਾਹ ਤੁਸੀਂ 10 ਜਾਂ 11 ਵਜੇ ਖਾਣਾ ਉਹਨਾਂ ਨੂੰ ਤੁਸੀਂ ਦੇਵੋ, ਇਹ ਨਹੀਂ ਇਹਦੇ ਵਿੱਚ ਹੋਣੀ ਚਾਹੀਦੀ। ਫਿਰ ਪਾਣੀ ਦੇ ਵਿੱਚ ਖਾਸ ਖਿਆਲ ਰੱਖਣਾ, ਸਫਾਈ ਦਾ ਖਾਸ ਖਿਆਲ ਰੱਖਣਾ। ਮੈਂ ਤੁਹਾਨੂੰ ਇਹ ਦੱਸਾਂ ਵੀ ਜਿਹੜਾ ਇਨਸਾਨ ਆਪਣੇ ਜਾਨਵਰ ਨਾਲ ਪਿਆਰ ਕਰਦਾ ਹੈ ਯਾਨੀ ਕਿ ਉਹਨਾਂ ਦੇਖਭਾਲ ਕਰਦਾ, ਉਹਨਾਂ ਨਾਲ ਪਿਆਰ ਕਰਦਾ ਹੈ, ਉਹ ਜਾਨਵਰ ਇਸ ਨੂੰ ਬੜਾ ਫੀਲ ਕਰਦਾ, ਬੜਾ ਹੀ ਮਹਿਸੂਸ ਕਰਦਾ, ਔਰ ਉਹਦੀ ਗਰੋਥ ਵੀ ਦੂਜੇ ਜਾਨਵਰਾਂ ਨਾਲ ਜ਼ਿਆਦਾ ਹੁੰਦੀ। ਅਗਰ ਤੁਸੀਂ ਜਾਨਵਰ ਨੂੰ ਤੁਸੀਂ ਖੁਰਾਕ ਦਿੰਦੇ ਹੋ ਲੇਕਿਨ ਤੁਸੀਂ ਉਹਨਾਂ ਨੂੰ ਪਿਆਰ ਉਹਨਾਂ ਨਾਲ ਨਹੀਂ ਕਰਦੇ, ਜੋ ਜੇ ਮਿਸਾਲ ਤੁਸੀਂ ਉਹਨਾਂ ਨੂੰ ਮਾਰਦੇ ਜਾਂ ਡਾਂਟਦੇ ਜੋ, ਉਹ ਇਹਦੇ ਵਿੱਚ ਬੜਾ ਅਮਲ ਦਖਲ ਹੁੰਦਾ ਜੀ। ਜਾਨਵਰ ਨਾਲ ਜਿੰਨਾ ਪਿਆਰ ਕਰੋਗੇ ਉਹਨਾਂ ਜਾਨਵਰ ਵਧੇ ਫੁੱਲੇਗਾ। ਇਹ ਇਨਸਾਨੀ ਵੀ ਖੂਬੀ ਵੀ ਇਹਦੇ, ਜਾਨਵਰਾਂ 'ਚ ਵੀ ਖੂਬੀ, ਹਰ ਜਾਨਵਰ ਦੇ ਹਰ ਜਾਨਦਾਰ ਨੇ ਇਹਦੇ ਵਿੱਚ ਖੂਬੀ ਨਵਾਂ ਗੁਰ ਜੀ। ਤੇ ਇਹਨਾਂ ਦੀ ਖੁਰਾਕ ਵੀ ਸਰ ਥੋੜੀ ਦੱਸੋ ਕਿ ਵੰਡਾ ਕਿਹੜਾ ਇਸਤੇਮਾਲ ਕਰਦੇ ਹੋ ਸ਼ੁਰੂ ਦਿਨ ਤੋਂ, ਤੇ ਉਹਦੀ ਕਿੰਨੀ ਮਿਕਦਾਰ ਹੁੰਦੀ ਹੈ, ਤੇ ਕਿੰਜ ਉਹਦੇ 'ਚ ਇਜ਼ਾਫਾ ਕਰਦੇ ਹੋ, ਤੇ ਵੰਡੇ ਦੇ ਇਲਾਵਾ ਤੂੜੀ ਤੇ ਸਬਜ਼ ਚਾਰਾ
ਕਿੰਨਾ ਖਿਲਾਉਣਾ ਚਾਹੀਦਾ ਤੇ ਕਿਸ ਟਾਈਮ ਖਿਲਾਉਣਾ ਚਾਹੀਦਾ, ਪੂਰਾ ਤਸੱਲੀ ਨਾਲ ਇਹਨੂੰ ਜਿਹੜਾ ਨਾ ਤੁਸੀਂ ਦੋਸਤਾਂ ਨੂੰ ਬਿਆਨ ਕਰੋ। ਮੇਰੀ ਰੂਟੀਨ ਭਾਈਜਾਨ ਹੈ ਕਿ ਮੈਂ 7:30 ਵਜੇ ਇਹਨਾਂ ਨੂੰ ਸਵੇਰ ਮੈਂ ਖਾਣਾ ਪਾਉਂਦਾ ਜੋ। ਅਸੀਂ ਪਹਿਲੇ ਮੈਕਸਿਮਮ ਦਾ ਵੰਡਾ ਇਸਤੇਮਾਲ ਕਰਦੇ ਰਹੇ, ਯੂਜ਼ ਕਰਦੇ ਰਹੇ। ਇਸ ਵਕਤ ਤੱਕ ਸਤਲੁਜ ਦਾ ਵੰਡਾ ਇਸਤੇਮਾਲ ਕਰਦੇ ਪਏ ਹਾਂ। ਸਵੇਰ 7 ਵਜੇ 7:30 ਵਜੇ ਅਸੀਂ ਇਹਨਾਂ ਨੂੰ ਖਾਣਾ ਪਾ ਦਈਦਾ। ਉਦੋਂ ਬਾਅਦ ਤੇ ਫਿਰ ਗਾਲਬਨ 12 ਜਾਂ 1 ਵਜੇ ਅਸੀਂ ਇਹਨਾਂ ਨੂੰ ਸਬਜ਼ ਚਾਰਾ ਪਾਉਂਦੇ ਹਾਂ। 4 ਤੋਂ 5 ਮਣ 32 ਸਾਡੇ ਨਗ ਨੇ ਤੇ 4-5 ਮਰ ਇੱਕ ਸਿਰਫ ਟੈਸਟੀ ਦੇ ਤੌਰ ਤੇ ਇਹਨਾਂ ਨੂੰ ਅਸੀਂ ਪਾਉਂਦੇ ਹਾਂ। ਉਦੋਂ ਬਾਅਦ ਅਸੀਂ ਜਿਹੜਾ ਦੇਸੀ ਵੰਡਾ ਪਾ ਰਹੇ ਹਾਂ ਇਸ ਵਕਤ, ਖਲ ਬਨੌਲਾ ਤੇ ਕੌੜੀ ਖਲ ਤੇ ਦੂਸਰੀ ਖਲ ਤੇ ਚੌਕਰ ਤੇ ਮਕਈ ਦਾ ਆਟਾ ਤੇ ਰੋਟੀਆਂ, ਇਹ ਅਸੀਂ ਇਹਨਾਂ ਨੂੰ ਯਾਨੀ ਕਿ 7:30 ਵਜੇ ਅਸੀਂ ਇਹਨਾਂ ਗਲਬ ਸ਼ਾਮ ਵੇਲੇ ਇਹਨਾਂ ਨੂੰ ਅਸੀਂ ਪਾ ਰਹੇ ਹਾਂ ਇਸ ਵਕਤ। ਤੇ ਐਸੀ ਚੀਜ਼ ਇਹਨਾਂ ਨੂੰ ਹੋਰ ਜਿਸ ਵਕਤ ਜਿਹੜੀ ਤੂੜੀ ਬਚ ਜਾਏ ਉਹਦੇ ਤਾਂ ਅਸੀਂ ਜਾਂ ਚੌਕਰ ਛੱਡਦੇ ਧੂੜਦੇ ਦੇ ਉੱਤੇ ਚਲੋ ਆਪਣਾ ਸਾਰੀ ਦਿਹਾੜੀ ਉਹਦਾ ਲੱਗੇ ਰਹਿਣ, ਚਾਹਦੇ ਰਹਿਣ। ਕਈ ਹੁੰਦਾ ਕਿ ਬਾਹਰ ਜਾਨਵਰ ਬੈਠੇ ਰਹਿੰਦੇ ਨੇ ਉਠਾਈ ਵਦਰ ਫਿਰ ਵੀ ਉਹ ਖਾਣਾ ਨਹੀਂ ਖਾਂਦੇ ਹੈਗੇ। ਲੇਕਿਨ ਉਹਦੇ ਤੋਂ ਬਾਅਦ ਜਿਸ ਵਕਤ ਤੁਸੀਂ ਉੱਤੇ ਚੌਕਰ 'ਚ ਮਕਈ ਦਾ ਆਟਾ ਛੱਡਦੇ ਜੋ ਨਾ ਤੇ ਉਹ ਫਿਰ ਖਾ ਲੈਂਦੇ ਨੇ, ਉਹ ਆਪਣਾ ਗੁਜ਼ਾਰਾ ਕਰ ਲੈਂਦੇ ਨੇ। ਸਰ ਤੁਸੀਂ ਵੰਡਾ ਵੀ ਇਸਤੇਮਾਲ ਕਰਦੇ ਹੋ, ਇਸ ਤੋਂ ਇਲਾਵਾ ਜਿਹੜਾ ਦੇਸੀ ਖੁਰਾਕਾਂ ਨੇ ਖਲ ਵਗੈਰਾ ਤੇ ਦਲੀਆ ਵਗੈਰਾ ਤੁਸੀਂ ਕਹਿ ਰਹੇ ਹੋ, ਵੰਡੇ ਨੂੰ ਇਸਤੇਮਾਲ ਕਰਨ ਦੇ ਬਾਵਜੂਦ ਫਿਰ ਦੇਸੀ ਖੁਰਾਕ ਦੀ ਜ਼ਰੂਰਤ ਕਿਉਂ ਪੈਂਦੀ ਹੈ? ਜਾਂ ਉਹਨਾਂ ਨੂੰ ਅਗਰ ਦੇਸੀ ਖੁਰਾਕ ਤੇ ਪਾਲਿਆ ਜਾਏ ਵੰਡੇ ਤੇ ਨਾ ਪਾਲਿਆ ਜਾਏ ਤੇ ਫਿਰ ਤੁਹਾਡੀ ਕੀ ਕੋਈ ਰਾਏ ਵੇ? ਮੇਰੀ ਰਾਏ ਹੈ ਕਿ ਜਿਹੜਾ ਹੈਗਾ ਨਾ ਵੰਡਾ ਉਹ ਅਸੀਂ ਪਾ ਰਹੇ ਸੀ ਕਿਉਂਕਿ ਸਾਡੇ ਕੁਰਬਾਨੀ ਵਾਸਤੇ ਨੇ। ਅਸੀਂ ਜ਼ਿਆਦਾਤਰ ਜਿਹੜਾ ਦੇਸੀ ਵੰਡਾ ਇਸਤੇਮਾਲ ਕੀਤਾ ਨਾ ਕਿਉਂਕਿ ਸਾਡੇ ਜਾਨਵਰ ਨੇ ਕੁਰਬਾਨੀ ਵਾਲੇ ਜੀ, ਇਸ ਵਜ੍ਹਾ ਤੋਂ ਅਸੀਂ ਨਾ ਇਹ ਚਾਰਾ ਤੇ ਇਹਨਾਂ ਨੂੰ ਅਸੀਂ ਦੂਸਰਾ ਦੇਸੀ ਵੰਡਾ ਜਿਹੜਾ ਇਸਤੇਮਾਲ ਕਰ ਰਹੇ ਹਾਂ। ਕੁਦਰਤੀ ਤੌਰ ਤੇ ਜਿਹੜਾ ਜਾਨਵਰ ਹੈ ਨਾ, ਇਹ ਜਾਨਵਰ ਕੁਦਰਤੀ ਤੌਰ ਤੇ ਜਿਹੜਾ ਦੇਸੀ ਵੰਡਾ ਹੈ ਨਾ, ਠੀਕ ਹੈ ਕਿ ਆਪਣੀ ਇਨਸਾਨ ਦੀ ਸੋਚ ਹੁੰਦੀ ਹੈ। ਜਿਹੜਾ ਦੇਸੀ ਵੰਡਾ ਹੈ ਨਾ ਇਹਨਾਂ ਦੀ ਅਸਲ ਖੁਰਾਕ ਹੈ ਉਹ, ठीक है। जिस वक्त इंसान भावें जो कुछ भी खावे ना, जो कुछ भी खाए, लेकिन जिन्ना चिकर वो रोटी नहीं ना खाता, बिल्कुल उन्ना चिकर उनका दिल मुतमिन नहीं होंदा अपनी खुराक ते। वो यही कहता है कि मैं यार खाना नहीं खाता है। जी जी, समझ लगी। जिस वक्त वो रोटी खाएगा ना तो उस वक्त वो कंप्लीट कहता कि मैं यार ना खाना खा लिया। तो बेहतर सारा ये कि रोटी हो जिस वक्त ना खाएगा ਇਹੋ ਚੀਜ਼ ਇਹਨਾਂ ਵਾਸਤੇ ਠੀਕ ਹੈ। ਚਾਰਾ ਇਹਨਾਂ ਨੂੰ ਲਾਜ਼ਮੀ ਪਾਣਾ ਚਾਹੀਦਾ। ਉਹਨੂੰ ਕਈ ਕਹਿ ਰਹੇ ਨੇ ਕਿ ਵੰਡਾ ਜਿਹੜਾ ਉਹ ਇਹ ਵੰਡਾ ਜੀ ਇਹਦੇ ਵਿੱਚ ਜੀ ਤੁਸੀਂ ਸਬਜ਼ ਚਾਰਾ ਨਹੀਂ ਪਾਉਣਾ, ਤੇ ਮੈਂ ਨਾ ਇਹ ਇਹਨਾਂ ਦੀ ਕੁਦਰਤੀ ਖੁਰਾਕ ਹੈ। ਜੀ ਜੀ, ਜਿਹੜੇ ਇਹਦੇ ਮੈਂ ਨਾ ਵੀ ਇਹਨਾਂ ਨੂੰ ਪਾਣਾ ਚਾਹੀਦਾ। ਤੇ ਅਗਰ ਤੁਸੀਂ ਵੰਡਾ ਕਈ ਕਹਿੰਦੇ ਨੇ ਕਿ ਤੁਸੀਂ ਸਬਜ਼ ਚਾਰਾ ਨਾ ਪਾਓ, ਤੇ ਮੈਂ ਇਹ ਕਹਿ ਰਿਹਾ ਵੀ ਭਰਾਵਾਂ ਨੂੰ ਇਹ ਕਹਿ ਰਿਹਾ ਕਿ ਅਗਰ ਜਿਹੜਾ ਵੰਡਾ ਤੁਸੀਂ ਇਸਤੇਮਾਲ ਕਰਦੇ ਜੇ ਦਿਨ ਦੇ ਵਿੱਚ ਇਜਾਜ਼ਤ ਦਿੱਤੀ ਗਈ ਹੈ ਨਾ ਕਿ ਤੁਸੀਂ ਸਬਜ਼ ਚਾਰਾ ਪਾਓ, ਤੁਸੀਂ ਇਹਨਾਂ ਨੂੰ ਉਹ ਵੰਡਾ ਇਸਤੇਮਾਲ ਕਰੋ। ਹੁਣ 7 ਵਜੇ ਸਤਲੁਜ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਇਹਦੇ ਵਿੱਚ ਸਬਜ਼ ਚਾਰਾ ਪਾ ਸਕਦੇ ਹੋ, ਅਸੀਂ ਇਹਨਾਂ ਨੂੰ ਪਾਣੇ। ਠੀਕ ਹੈ। ਯਾਨੀ ਕਿ ਜਿਹੜਾ ਫਿਰ ਤੁਸੀਂ ਕੁਰਬਾਨੀ ਵਾਸਤੇ ਜਾਨਵਰ ਤਿਆਰ ਕਰਦੇ ਹੋ ਉਹਦੀ ਖੁਰਾਕ 'ਚ ਫਰਕ ਇਹ ਕਰਦੇ ਹੋ ਕਿ ਉਹਨੂੰ ਦੇਸੀ ਚੀਜ਼ਾਂ ਵੀ ਦਿੰਦੇ ਹੋ? ਹਾਂ, ਵੇਖੋ ਨਾ ਜਿਸ ਵਕਤ ਅਸੀਂ ਕੁਰਬਾਨੀ ਕਰਨੇ ਆ ਨਾ, ਸਾਡਾ ਮੇਨ ਮਕਸਦ ਇਹ ਹੁੰਦਾ ਹੈ ਕਿ ਠੀਕ ਹੈ ਅਸੀਂ ਅੱਲਾਹ ਤਾਲਾ ਦੇ ਰਾਹ ਦੇ ਵਿੱਚ ਅਸੀਂ ਇੱਕ ਕੁਰਬਾਨ ਕਰਨੇ ਆ, ਲੇਕਿਨ ਇਹ ਕੁਦਰਤੀ ਤੌਰ ਤੇ ਵੀ ਇਹ ਮਸਲਾ ਚੀਜ਼ ਹੈ ਕਿ ਇਹਨਾਂ ਦੇ ਜਿਹੜਾ ਨਾ ਗੋਸ਼ਤ ਇਹਦੇ 'ਚ ਜਿਹੜਾ ਜ਼ਾਇਕਾ ਹੈ ਨਾ, ਜ਼ਾਇਕਾ ਦਾ ਬੜਾ ਫਰਕ ਪੈ ਜਾਂਦਾ। ਅਗਰ ਤੁਸੀਂ ਦੂਸਰਾ ਵੰਡਾ ਇਸਤੇਮਾਲ ਕਰੋ ਤਾਂ ਉਹਦਾ ਜ਼ਾਇਕਾ ਕੁਛ ਹੋਰ ਹੈ, ਕਿਉਂਕਿ ਸਾਡੀ ਦੁਨੀਆ ਬਦਜ਼ਨ ਹੈ ਔਰ ਉਹ ਸਹੀ ਬਦਜ਼ਨ ਹੋਈ ਹੈ ਕਿ ਜਿਸ ਵਕਤ ਉਹਨਾਂ ਦੇ ਕੱਟਾ ਫਾਰਮ ਹੈ, ਅਗਰ ਉਹਦੇ ਵਿੱਚ ਉਹ ਦੂਸਰਾ ਵਲੈਤੀ ਵੰਡਾ ਇਸਤੇਮਾਲ ਕਰਦੇ ਨੇ। ਆਮ ਜਿਹੜਾ ਘਰ ਪਾਲਿਆ ਹੋਇਆ ਕੱਟਾ ਤੇ ਫਾਰਮ ਦਾ ਪਾਲਿਆ ਹੋਇਆ ਕੱਟਾ, ਇਹਨਾਂ 'ਚ ਭਾਜਨ ਬੜਾ ਫਰਕ ਹੈ। ਇਹਨਾਂ ਦੇ ਗੋਸ਼ਤ ਦੇ ਵਿੱਚ ਕਾਫੀ ਫਰਕ ਹੈ। ਅਗਰ ਇੱਕ ਮਿਸਾਲ ਤੌਰ ਤੇ ਅਗਰ ਬੇਲੀ ਸਜਣ ਆ ਵੀ ਜਾਂਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਨਾ ਕਿ ਵੀ ਇਹ ਕੱਟਾ ਇਹਨਾਂ ਫਾਰਮ ਦਾ ਕੀਤਾ ਹੋਇਆ, ਗੋਸ਼ਤ ਕੀਤਾ ਹੈ। ਉਹ ਉਹਦੇ ਕੋਲ ਨਹੀਂ ਲੈਦਾ ਯਾਰ ਮਜਬੂਰੀ, ਯਾਰ ਕੱਟਾ ਇਹਦੇ ਵਿੱਚ ਜ਼ਾਇਕਾ ਨਹੀਂ ਹੈਗਾ, ਤੇ ਇਹ ਇਹਦੇ ਵਿੱਚ ਜਿਹੜਾ ਨਾ ਇਹ ਫਰਕ ਕਾਫੀ। ਤੇ ਸਰ ਫਿਰ ਤੁਸੀਂ ਪਹਿਲਾ ਫਲਾਕ 3 ਮਾਹ ਵਾਸਤੇ ਤਿਆਰ ਕੀਤਾ, ਹੁਣ ਤੁਸੀਂ ਈਦ ਵਾਸਤੇ ਇਹ ਜਿਹੜਾ ਫਲਾਕ ਤਿਆਰ ਕਰਦੇ ਹੋ ਪਏ, ਫਿਰ ਤੁਹਾਡਾ ਤਜਰਬਾ ਕੀ ਕਹਿੰਦਾ ਕਿ 3 ਮਾਹ ਵਾਲਾ ਫਲਾਕ ਬਿਹਤਰ ਹੈ ਜਾਂ ਈਦ ਵਾਲੇ ਜਾਨਵਰ ਤਿਆਰ ਕਰਨਾ ਉਹ ਬਿਹਤਰ ਹੈ? ਸਾਡਾ ਜਿਹੜਾ ਮਕਸਦ ਇਹ ਹੈ ਕਿ ਅਗਰ ਜਿਸ ਵਕਤ ਅਸੀਂ ਸਲਾਟਰ ਵਾਸਤੇ ਜਾਨਵਰ ਖਰੀਦੀਏ ਨਾ, ਤੇ ਜਿਹੜਾ ਜਾਨਵਰ ਸਾਨੂੰ ਪਸੰਦ ਆਵੇ, ਠੀਕ ਹੈ, ਇੱਕ ਆ ਜਾਏ ਜਾਂ 2 ਆ ਜਾਣ ਜਾਂ 4 ਆ ਜਾਣ, ਉਹ ਸਾਡਾ ਇਰਾਦਾ ਹੈਗਾ ਕਿ ਉਹਨਾਂ ਨੂੰ ਇੱਕ ਸਾਈਡ ਤੇ ਕਰ ਦਿੱਤਾ, ਉਹ ਕੁਰਬਾਨੀ ਵਾਸਤੇ ਅਸੀਂ ਰੱਖ ਲਈਏ। ਦੂਸਰਾ ਜਿਹੜਾ ਸਾਡਾ ਅਸਲ ਮੇਨ ਮਕਸਦ ਉਹਨੇ ਇਹ ਹੀ ਹੈ ਕਿ ਅਸੀਂ 230 ਜਾਂ 220 kg ਅਸੀਂ ਲਿਆਈਏ ਤੇ ਅਸੀਂ 1.5 ਮਹੀਨਾ ਜਾਂ 2 ਮਹੀਨਾ ਉਹਨਾਂ ਦੇ ਨਾਪ ਰੱਖਦੇ, ਉਹਨਾਂ ਨੂੰ ਅਸੀਂ ਆਪਦਾ ਸਲੈਟਰ ਕਰਾ ਲਏ, ਕਿਉਂਕਿ ਆਸਾਨੀ ਨਾਲ 200 kg ਦੇ ਉੱਤੇ ਚਲੇ ਜਾਂਦੇ ਨਾ ਤੇ ਸਾਡਾ ਮਕਸਦ ਵੀ ਪੂਰਾ ਹੋ ਜਾਏਗਾ। ਤੇ ਉਹ ਸਲੈਟਰ ਵਾਲੇ ਵਾਸਤੇ ਵੀ ਉਹ ਉਹਨਾਂ ਨੂੰ ਸਹੀ ਪਸੰਦ ਕਰਦੇ ਨੇ। ਸਾਡਾ ਅਸਲ ਮਕਸਦ ਸਰ ਜਿਹੜਾ ਸਲੈਟਰ ਵਾਲਾ ਬੱਚਾ ਉਹ ਅਮੂਮਨ ਤੇ 3 ਮਹੀਨੇ ਰੱਖਿਆ ਜਾਂਦਾ ਹੈ। ਅਗਰ ਉਹਨੂੰ 3 ਮਹੀਨੇ ਰੱਖਿਆ ਜਾਏ, ਉਹਦੀ ਚੰਗੀ ਸੇਵਾ ਕੀਤੀ ਜਾਏ, ਖਰੀਦਦਾਰੀ ਵੀ ਚੰਗੀ ਕੀਤੀ ਜਾਏ, ਤੇ 3 ਮਹੀਨੇ ਬਾਅਦ ਉਹ ਸਾਰੇ ਖਰਚੇ ਕੱਢ ਕੇ ਮਾਲਕ ਨੂੰ ਕਿੰਨੀ ਬਚਤ ਦੇ ਜਾਂਦਾ ਹੈ?
ਮਸਲਾ ਇਹ ਚੀਜ਼ ਦਾ ਕਿ ਮੈਂ ਵੈਸੇ ਤੁਹਾਨੂੰ ਕਿ ਇੱਕ ਤਜਰਬਾ ਮੇਰਾ ਨਹੀਂ ਹੈਗਾ, ਲੇਕਿਨ ਮੈਂ ਇਹ ਕਹਿ ਰਿਹਾ ਹਾਂ ਕਿ 3 ਮਾਹ ਉਹ ਕੱਢਦਾ ਹੈ ਨਾ ਤੇ ਤਕਰੀਬਨ ਉਹ 14,000 ਜਾਂ 13,000 ਜਾਂ 12,000 ਦੇ ਲਗਭਗ ਜਿਹੜਾ ਨਾ ਉਹਨੂੰ ਇੱਕ ਜਾਨਵਰ ਅਗਰ ਉਹਨੂੰ ਸਹੀ ਗਰੋਥ ਕਰਦਾ, ਸਹੀ ਹੁੰਦੀ ਉਹ ਕਰਦਾ ਤੇ ਇਹਨਾਂ 13-14,000 ਰੁਪਈਆ ਫੀ ਜਾਨਵਰ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਹੈ। ਤੇ ਜਿਹੜਾ ਈਦ ਵਾਲਾ ਜਾਨਵਰ ਹੈ ਉਹਦੇ 'ਚ ਬਚਤ ਦੀ ਰੇਸ਼ੋ ਜ਼ਿਆਦਾ ਹੈ ਜਾਂ ਕਿ ਉਹਦੇ 'ਚ ਕੋਈ ਨੁਕਸਾਨ ਦੇ ਚਾਂਸ? ਅਗਰ ਜਾਨਵਰ ਸਹੀ ਹੈ, ਦੀ ਗਰੋਥ ਸਹੀ ਹੈ ਤਾਂ ਜਿਹੜਾ ਨਾ ਕੁਰਬਾਨੀ, ਕਿਉਂਕਿ ਕੁਰਬਾਨੀ ਦਾ ਇੱਕ ਪੂਰਾ ਸਾਲ ਤੁਹਾਨੂੰ ਸਾਹਮਣਾ ਪੈਂਦਾ ਹੈ। ਇਹ ਦੇਖੋ ਨਾ ਪੂਰਾ ਸਾਲ ਸਾਹਮਣਾ ਪੈਂਦਾ ਹੈ ਤੇ ਅਗਰ ਉਹ ਉਹਦੇ ਵਿੱਚ ਤੁਹਾਨੂੰ ਖੂਬਸੂਰਤ, ਕਿ ਮੈਂ ਕਹਿ ਰਿਹਾ ਜ਼ਿਕਰ ਕਰ ਰਿਹਾ ਸੀ ਕਿ ਜਿਹੜਾ 15-20,000 ਜਾਂ 10,000 ਰੁਪਏ ਉਹਨੂੰ ਖੂਬਸੂਰਤੀ ਦਾ ਵੀ ਮਿਲ ਜਾਂਦਾ। ਜੋ ਵੇਖਿਆ ਜਾਏ ਤਾਂ ਇੱਕ ਫਲਾਗ ਦਾ ਤਾਂ ਉਹ ਜਾਨਵਰ ਦਾ ਤਾਂ ਉਹਨਾਂ ਨੂੰ ਖੂਬਸੂਰਤੀ ਦਾ ਤੇ ਉਹਨਾਂ ਨੂੰ ਹਾਸਲ ਹੋ ਗਿਆ ਜੀ। ਇਹ ਚੀਜ਼ ਹੁੰਦੇ ਨੇ ਉਸ, ਕਿਉਂਕਿ ਉਹ ਸਾਲ ਸਾਹਮਣਾ ਪੈਂਦਾ। ਇਹ ਤਕਰੀਬਨ 2 ਮਹੀਨੇ ਜਾਂ 3 ਮਾਹ, ਯਾਨੀ ਅਸਲ ਪੀਰੀਅਡ ਤਾਂ 3 ਮਾਹ ਦਾ। ਲੇਕਿਨ ਮੈਂ ਕਹਿ ਰਿਹਾ ਅਗਰ 200 ਦੇ ਉੱਤੇ ਤੁਸੀਂ ਖਰੀਦੋਗੇ ਨਾ ਜਾਨਵਰ, ਉਹ ਤੁਸੀਂ 1.5 ਮਹੀਨੇ ਦੇ ਵਿੱਚ ਅਗਰ ਤੁਸੀਂ ਉਹਨਾਂ ਦੀ ਸਹੀ ਉਹਨਾਂ ਨੂੰ ਖੁਰਾਕ ਦੇਵੋਗੇ ਤਾਂ ਉਹ 2 ਮਹੀਨਿਆਂ 'ਚ ਵੀ ਤਿਆਰ ਹੋ ਜਾਣਗੇ। ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣੀ ਅਗਰ ਤੁਹਾਡੀ ਪਰਚੇਜ਼ਿੰਗ ਸਹੀ ਹੋਈ ਤਾਂ। ਠੀਕ ਹੈ, ਤੁਹਾਡਾ ਸਰ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜੀ ਸੋਹਣੀ ਤੇ ਕੀਮਤੀ ਗੁਫ਼ਤਗੂ ਕੀਤੀ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਆਮੀਨ। ਅੱਲਾਹ ਹਾਫਿਜ਼।